नमस्कार, पंजाब लाइव 18 न्यूज़ ਵਿੱਚ ਆਪ ਦਾ ਸਵਾਗਤ ਹੈ। ਆਪ ਜੀ ਨੂੰ ਮਿਲਵਾਉਣ ਜਾ ਰਹੇ ਹਾਂ ਸੁਖਵਿੰਦਰ ਸਿੰਘ ਸੇਖੋ ਜੀ ਨਾਲ, ਜੋ ਕਿ ਸੂਬਾ ਸਕੱਤਰ ਹਨ CPIM ਦੇ। ਔਰ ਆਪਾਂ ਗੱਲ ਕਰਦੇ ਹਾਂ ਮਜ਼ਦੂਰਾਂ ਦੀ, ਜੋ ਕਿ ਮਜ਼ਦੂਰ ਪਲਾਇਨ ਕਰਦੇ ਜਾ ਰਹੇ ਹਨ। ਔਰ ਕਿ ਸਰਕਾਰਾਂ ਨੇ, ਸੈਂਟਰ ਸਰਕਾਰ ਨੇ, ਸੂਬਾ ਸਰਕਾਰ ਨੇ, ਜਦ ਕਿ ਪੂਰੇ ਕਹਿਣ ਦਾ ਉਹਨਾਂ ਦਾ ਮਤਲਬ ਕਿ ਕਹਿਣ ਦੇ ਪ੍ਰਬੰਧ ਕੀਤੇ ਨੇ, ਫਿਰ ਵੀ ਕਿਉਂ ਮਜ਼ਦੂਰ ਪਲਾਇਨ ਕਰ ਰਹੇ ਹਨ। ਆਪਾਂ ਸੇਖੋ ਸਾਹਿਬ ਜੀ ਨਾਲ ਗੱਲਬਾਤ ਵੀ ਕਰਦੇ ਹਾਂ ਤੇ ਪੂਰੀ ਜਾਣਕਾਰੀ ਲੈਂਦੇ ਹਾਂ ਕਿ ਸੇਖੋ ਸਾਹਿਬ ਦਾ ਕੀ ਕਹਿਣਾ ਜੀ। ਸੇਖੋ ਸਾਹਿਬ, ਤੁਸੀਂ ਮਜ਼ਦੂਰਾਂ ਵਾਸਤੇ ਤੁਹਾਡੀ ਸੰਸਥਾ ਵੀ ਲੜਦੀ ਆ ਰਹੀ ਹੈ, ਔਰ ਇਸ ਸੰਬੰਧੀ ਸੈਂਟਰ ਸਰਕਾਰ ਜਾਂ ਸੂਬਾ ਸਰਕਾਰ ਨੇ ਜੋ ਮਜ਼ਦੂਰ ਫਿਰ ਵੀ ਕਿਉਂ ਪਲਾਨ ਕਰ ਰਹੇ ਜੀ, ਕਿਉਂ ਜਾਣ ਇਹਦੇ 'ਚ ਅਸਲ 'ਚ ਤੀਜਾ ਲੋਕਡਾਊਨ ਸ਼ੁਰੂ ਹੋ ਚੁੱਕਿਆ 4 ਤਰੀਕ ਤੋਂ। ਇਹ ਸਾਰਾ ਸਿਸਟਮ ਜਿਹੜਾ ਸਰਕਾਰ ਨੇ ਤੀਜੇ ਲੋਕਡਾਊਨ ਦੀ ਸ਼ੁਰੂਆਤ 'ਚ ਕੀਤਾ, ਇਹ ਪਹਿਲੇ ਲੋਕਡਾਊਨ ਤੋਂ ਪਹਿਲਾਂ ਸ਼ੁਰੂ ਕਰਨਾ ਚਾਹੀਦਾ ਸੀ। ਮਜ਼ਦੂਰਾਂ ਨੂੰ ਘਰੋਂ ਘਰੀ ਪਹੁੰਚਦਾ ਕਰਨ ਲਈ ਸਮਾਂ ਦੇਣਾ ਚਾਹੀਦਾ ਸੀ। ਉਦੋਂ ਹੀ 5-6 ਦਿਨ ਦਾ ਸਮਾਂ ਦਿੰਦੇ ਵੀ ਅਸੀਂ ਕਰਨਾ ਲੋਕਡਾਊਨ, ਮਹਾਮਾਰੀ ਆ ਰਹੀ ਹੈ, ਇਹਦੇ ਵਾਸਤੇ ਜਿੰਨੇ ਮਜ਼ਦੂਰ ਨੇ ਵੱਖ-ਵੱਖ ਸੂਬਿਆਂ 'ਚ ਪ੍ਰਵਾਸੀ, ਉਹ ਆਪੋ ਆਪਣੇ ਘਰਾਂ ਨੂੰ, ਆਪਣੇ ਸੂਬਿਆਂ ਨੂੰ ਚਲੇ ਜਾਣ। ਉਹਨਾਂ ਲਈ ਰੇਲਾਂ ਦਾ, ਟਰਾਂਸਪੋਰਟ ਦਾ ਸਪੈਸ਼ਲ ਵੱਧ ਅਰੇਂਜਮੈਂਟ ਕਰਦੇ ਤਾਂ ਕਿ ਉਹ ਮਜ਼ਦੂਰ ਆਪੋ ਆਪਣੇ ਥਾਵਾਂ ਤੇ ਜਾ ਸਕਦੇ ਤੇ ਉਹ ਭੁੱਖਮਰੀ ਤੋਂ ਵੀ ਬਚ ਸਕਦੇ ਸੀ। ਤੇ ਜਿਹੜਾ ਅੱਜ ਉਹਨਾਂ 'ਚ ਸਹਿਮ ਪੈਦਾ ਹੋਇਆ, ਡਰ ਪੈਦਾ ਹੋਇਆ, ਉਹ ਡਰ ਤੇ ਸਹਿਮ ਤੋਂ ਬਚਾਇਆ ਜਾ ਸਕਦਾ ਸੀ ਮਜ਼ਦੂਰਾਂ ਨੂੰ ਜੇ ਪਹਿਲੇ ਲੋਕਡਾਊਨ ਤੋਂ ਪਹਿਲਾਂ ਹੀ ਇਹ ਸ਼ੁਰੂ ਕਰ ਦਿੰਦੇ। ਕਿਉਂਕਿ ਉਹ ਲੋਕਡਾਊਨ ਨਾ ਤਾਂ ਸੂਬਾਈ ਸਰਕਾਰਾਂ ਨਾਲ ਕੋਈ ਤਾਲਮੇਲ ਕੀਤਾ ਕੇਂਦਰ ਸਰਕਾਰ ਨੇ। ਰਾਤ ਨੂੰ 8 ਵਜੇ ਪ੍ਰਧਾਨ ਮੰਤਰੀ ਸਾਹਿਬ ਸੰਬੋਧਨ ਕਰਦੇ ਆ ਦੇਸ਼ ਨੂੰ, ਤੇ 12 ਵਜੇ ਉਹ ਲੋਕਡਾਊਨ ਹੋ ਜਾਂਦਾ। 4 ਘੰਟੇ ਦਾ ਸਮਾਂ ਦਿੱਤਾ। 4 ਘੰਟੇ ਵਿੱਚ ਜੇ ਬਾਈ 에ਅਰ ਵੀ ਤੁਸੀਂ ਪ੍ਰਬੰਧ ਕਰੋ, ਪਹਿਲੀ ਤਾਂ ਗੱਲ ਇੰਨੇ ਪਲੇਨ ਹੀ ਨਹੀਂ ਹੈ ਸਾਡੇ ਕੋਲ ਡੋਮੈਸਟਿਕ, ਬਾਈ 에ਅਰ ਵੀ ਜੇ ਪਲਾਨ ਕਰੋ ਤਦ ਵੀ 4 ਘੰਟੇ 'ਚ ਦੇਸ਼ ਦੇ ਇੱਕ ਕੋਨੇ ਤੋਂ ਦੂਜੇ ਕੋਨੇ 'ਚ ਨਹੀਂ ਪਹੁੰਚਿਆ ਜਾ ਸਕਦਾ। ਐਡਾ ਵੱਡਾ ਮੁਲਕ ਆ ਸਾਡਾ। ਫਿਰ ਇਹ ਮਹਿੰਗਾ ਬਹੁਤ ਆ ਸਫ਼ਰ ਵੀ। ਸਰਕਾਰ ਨੇ ਜਿਹੜਾ ਮਤਲਬ ਇੱਕਦਮ ਲੋਕਡਾਊਨ ਕੀਤਾ, ਇਹ ਸਰਕਾਰ ਦੀ ਅਣਗਹਿਲੀ ਆ, ਇੱਕ ਤਰਫਾ ਕਾਰਵਾਈ ਕੀਤੀ ਹੈ ਔਰ ਮਜ਼ਦੂਰਾਂ ਨੂੰ ਸੰਕਟ ਵਿੱਚ ਪਾਇਆ। ਦੇਸ਼ ਵਿੱਚ ਵੱਖ-ਵੱਖ ਸੂਬਿਆਂ 'ਚ ਮਜ਼ਦੂਰ ਆ ਜਿਹੜੇ, ਉਹਨਾਂ ਦੀ ਗਿਣਤੀ 10 ਕਰੋੜ ਤੋਂ ਉੱਪਰ ਹੈ। ਜਿਹੜੇ ਪ੍ਰਵਾਸੀ ਮਜ਼ਦੂਰਾਂ ਨੇ ਹੁਣ ਆਪੋ ਆਪਣੇ ਥਾਵਾਂ ਤੇ ਜਾਣਾ, ਵੱਖ-ਵੱਖ ਸੂਬਿਆਂ 'ਚੋਂ, ਇਕੱਲੇ ਪੰਜਾਬ 'ਚੋਂ ਹੀ ਨਹੀਂ ਜਾਣਾ, ਸਾਰੇ ਸੂਬਿਆਂ 'ਚੋਂ ਜਾਣਾ। ਉਹ ਡਰੇ ਹੋਏ ਆ ਜਿਹੜੇ ਪੈਨਿਕ ਦੇ ਵਿੱਚ। ਬਿਮਾਰੀ ਦਾ ਇੱਕ ਤਾਂ ਡਰ ਪੈਦਾ ਕਰ ਦਿੱਤਾ ਇਹਨਾਂ ਨੇ, ਦੂਸਰਾ ਉਹਨਾਂ ਨੂੰ ਰੋਟੀ ਨਹੀਂ ਦਿੱਤੀ ਹੈ, ਤੀਸਰਾ ਉਹਨਾਂ ਨਾਲ ਦੁਰਵਿਹਾਰ ਹੋਇਆ ਕਈਆਂ ਥਾਵਾਂ ਦੇ ਉੱਤੇ। ਇਹ ਸਾਰੀਆਂ ਗੱਲਾਂ ਜੋੜ ਕੇ ਮਜ਼ਦੂਰ ਇਹ ਸਮਝਦਾ ਵੀ ਜੇ ਮੈਂ ਮਰਨਾ ਹੀ ਆ ਤਾਂ ਘੱਟੋ ਘੱਟ ਆਪਣੀ ਦੇਹੜੀ ਤੇ ਜਾ ਕੇ ਮਰਾਂ, ਤੇ ਘੱਟੋ ਘੱਟ ਆਪਣੇ ਪਰਿਵਾਰ 'ਚ ਪਹੁੰਚ ਜਾਵਾਂ। ਇਹ ਮਤਲਬ ਉਹਨਾਂ 'ਚ ਇੱਕ ਭਾਵਨਾ ਉਤਪੰਨ ਹੋ ਚੁੱਕੀ ਹੈ। ਉਹ ਭਾਵਨਾ ਨਹੀਂ ਟੁੱਟ ਸਕਦੀ, ਭਾਵੇਂ ਉਹਦੇ ਦੂਸਰੇ ਪਹਿਲੂ ਵੀ ਆ। ਸਵਾਲ ਵੀ ਕਰਦੇ ਆ ਵੀ ਇਹਦੇ ਨਾਲ ਆਰਥਿਕਤਾ, ਸਾਰਾ ਇਹ ਸਾਨੂੰ ਵੀ ਪਤਾ ਆਰਥਿਕਤਾ ਤਬਾਹ ਹੋਣੀ ਹੈ, ਇਹ ਸਾਰਾ ਕੁਝ ਹੋਣਾ, ਨੁਕਸਾਨ ਕਿਸਾਨੀ ਖੇਤਰ ਦਾ ਵੀ ਹੋਣਾ, ਇੰਡਸਟਰੀ ਦਾ ਵੀ ਹੋਣਾ। ਪਰ ਸਵਾਲ ਇਹ ਆ ਵੀ ਮਜ਼ਦੂਰਾਂ ਨੂੰ ਭਰੋਸਾ ਕੌਣ ਬਣਾਵੇ। ਮਜ਼ਦੂਰਾਂ ਵਾਸਤੇ ਸਰਕਾਰ ਨੇ ਕਹਿਤਾ ਵੀ ਸਪੈਸ਼ਲ ਟ੍ਰੇਨਾਂ ਚਲਾਉਣੀਆਂ, ਤੁਹਾਨੂੰ ਫਾਲਤੂ ਪੈਸੇ ਦੇਣੇ ਪੈਣੇ ਆ ਟਿਕਟ ਮਗਰ। ਇਹ ਤਾਂ ਸਾਡੀ ਪਾਰਟੀ ਨੇ, CPIM ਨੇ ਸਭ ਤੋਂ ਪਹਿਲਾਂ ਇਹਦਾ ਡਟ ਕੇ ਵਿਰੋਧ ਕੀਤਾ, ਦੂਸਰੀਆਂ ਪਾਰਟੀਆਂ ਨੂੰ ਸਰਕੂਲੇਟ ਕੀਤਾ ਵੀ ਇਹਦਾ ਵਿਰੋਧ ਚਾਓ। ਇਹ ਚੰਗੀ ਗੱਲ ਹੋਈ ਵੀ ਦੇਸ਼ ਦੀਆਂ ਪਾਰਟੀਆਂ ਨੇ ਵਿਰੋਧ ਕੀਤਾ। ਵਿਰੋਧ ਕਰਦਿਆਂ ਹੋਇਆ ਸਰਕਾਰ ਨੂੰ ਆਪਣੇ ਫੈਸਲੇ ਤੋਂ ਵਾਪਸ ਮੁੜਨਾ ਪਿਆ। ਹੁਣ ਮੋਦੀ ਸਰਕਾਰ ਨੂੰ ਇਹ ਕਹਿਣਾ ਪਿਆ ਵੀ 85% ਅਸੀਂ ਕੰਸੈਸ਼ਨ ਦੇਵਾਂਗੇ ਇਹਦੇ 'ਚ, ਸਫ਼ਰ ਦੇ ਵਿੱਚ 15% ਸਵਾਈ ਸਰਕਾਰਾਂ ਝੱਲਣ, 85% ਨਹੀਂ, ਇਹ 100% ਹੀ ਕੇਂਦਰ ਸਰਕਾਰ ਨੂੰ ਸਹਿਣ ਕਰਨਾ ਚਾਹੀਦਾ, ਰੇਲਵੇ ਡਿਪਾਰਟਮੈਂਟ ਨੂੰ ਸਹਿਣ ਕਰਨਾ ਚਾਹੀਦਾ। ਸਵਾਈ ਸਰਕਾਰਾਂ ਦੀ ਹਾਲਤ ਪਹਿਲਾਂ ਹੀ ਤਰਸਯੋਗ ਆ। ਮੈਂ ਇੱਕ ਸੂਬੇ ਦੀ ਗੱਲ ਨਹੀਂ ਕਰਦਾ, ਸਮੁੱਚੇ ਸਵਾਈ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੀ ਆਰਥਿਕ ਅਵਸਥਾ ਬਹੁਤੀ ਚੰਗੀ ਨਹੀਂ ਹੈ। ਇਸ ਵਾਸਤੇ ਕੇਂਦਰ ਸਰਕਾਰ ਨੂੰ ਇਹ ਸਾਰਾ ਕਿਰਾਏ ਭਾੜੇ ਦਾ ਸਾਰਾ ਸਹਿਣ ਕਰਨਾ ਚਾਹੀਦਾ। ਇਹ ਸਰਕਾਰ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ। ਜਿਹੜਾ ਲੋਕਡਾਊਨ ਕੀਤਾ 2 ਮਹੀਨੇ, ਤੇ ਉਹਨਾਂ ਨੂੰ ਘਰੇ ਘਰੀ ਪਹੁੰਚਦਾ ਕਰਨਾ, ਖੁਰਾਕ ਦਾ ਪ੍ਰਬੰਧ ਕਰਨਾ, ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। ਕੇਂਦਰ ਸਰਕਾਰ ਇਸ ਗੱਲ ਤੋਂ ਕਿਉਂ ਦੌੜੇ, ਪਹਿਲਾ ਇਹ ਸਵਾਲ। ਅਗਲਾ ਇਹਦੇ 'ਚ ਨਾਲ ਇਹ ਆ ਵੀ
ਮਜ਼ਦੂਰਾਂ ਨੂੰ ਤਾਂ ਰਹਿਤ ਨਹੀਂ ਦਿੱਤੀ ਜਾ ਰਹੀ। ਸਰਮਾਏਦਾਰ ਲੁਟੇਰਿਆਂ ਨੂੰ ਰਹਿਤ ਦੇਣ ਵਾਸਤੇ ਸਰਕਾਰ ਬੜੀ ਤਤਪਰ ਰਹਿੰਦੀ ਹੈ ਹਰ ਸਮੇਂ ਦੇ ਉੱਤੇ, ਚਾਹੇ ਉਹਨਾਂ ਦਾ NPA ਲੋਨ ਕਰਨਾ ਹੋਵੇ, ਚਾਹੇ ਉਹਨਾਂ ਦਾ ਟੈਕਸ ਮਾਫ ਕਰਨਾ ਹੋਵੇ। ਅੱਜ ਦੁਨੀਆ ਦੇ ਅੰਦਰ ਜਿਹੜੇ ਤੇਲ ਉਤਪਾਦਕ ਮੁਲਕ ਨੇ, ਤੇਲ ਦੀਆਂ ਕੀਮਤਾਂ ਦੁਨੀਆ 'ਚ ਸਭ ਤੋਂ ਹੇਠਲੇ ਲੈਵਲ ਤੇ ਚੱਲ ਰਹੀਆਂ ਨੇ, ਕੀਮਤਾਂ ਘਟ ਗਈਆਂ। ਸਾਡੀ ਸਰਕਾਰ ਕੀ ਕਰ ਰਹੀ ਹੈ? ਪੰਜਾਬ ਸਰਕਾਰ ਨੇ ਵੀ 2 ਰੁਪਏ ਪੈਟਰੋਲ ਤੇ 2 ਰੁਪਏ ਡੀਜ਼ਲ ਦੀਆਂ ਕੀਮਤਾਂ ਵਧਾਤੀਆਂ, ਕੱਲ ਬੈਟ ਦੀਆਂ ਦਰਾਂ ਵਧਾਤੀਆਂ। ਆਪਣੇ ਆਪ ਨੂੰ ਬਹੁਤ ਲੋਕ ਹਤੈਸੀ ਸਰਕਾਰ ਕਹਾਉਣ ਵਾਲੀ ਕੇਜਰੀਵਾਲ, ਝਾੜੂ ਵਾਲੇ ਸੱਜਣ, ਉਹਨਾਂ ਨੇ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਧਾਤੀਆਂ। ਪੈਟਰੋਲ ਤੇ 1 ਰੁਪਇਆ 67 ਪੈਸੇ ਦਾ ਵਾਧਾ ਤੇ ਡੀਜ਼ਲ ਦੇ ਉੱਤੇ 7 ਰੁਪਏ 10 ਪੈਸੇ ਦਾ ਵਾਧਾ ਹੈ। ਇਹ ਤੋਂ ਅੰਦਾਜ਼ਾ ਕਰੋ ਵੀ ਇਹ ਕੀ ਕਰਨ ਜਾ ਰਹੇ ਨੇ। ਔਰ ਕੇਂਦਰ ਸਰਕਾਰ ਨੇ ਵੀ ਲੱਗਦੇ ਹੱਥੀਂ ਐਕਸਾਈਜ਼ ਡਿਊਟੀ 10 ਰੁਪਏ ਡੀਜ਼ਲ ਤੇ 10 ਰੁਪਏ ਪੈਟਰੋਲ ਤੇ ਔਰ 13 ਰੁਪਏ ਡੀਜ਼ਲ ਤੇ ਪ੍ਰਤੀ ਲੀਟਰ ਵਧਾ ਦਿੱਤੀ ਹੈ। ਅੰਤਮ ਤੌਰ ਤੇ ਉਹ ਲੋਕਾਂ ਤੇ ਬੋਝ ਪੈਣਾ ਫਿਰ ਮੁੜ ਕੇ। ਤੇ ਸਾਡੇ ਗਵਾਂਢੀ ਮੁਲਕ ਦੀਵਾਲੀਆ ਕਹਿ ਰਹੇ ਨੇ, ਆਰਥਿਕਤਾ ਉਹਦੀ ਤਬਾਹ ਆ, ਇਹ ਆਪਾਂ ਵੀ ਜਾਣਦੇ ਆ। ਉਹ ਬਹੁਤੀ ਵਧੀਆ ਆਰਥਿਕਤਾ ਨਹੀਂ ਹੈ ਪਾਕਿਸਤਾਨ ਦੀ। ਪਰ ਪਾਕਿਸਤਾਨ ਦੀ ਸਰਕਾਰ ਨੇ 1 ਮਹੀਨੇ ਦੇ ਅੰਦਰ ਜਦੋਂ ਰੇਟ ਦੁਨੀਆ ਦੇ ਅੰਦਰ ਥੱਲੇ ਆਏ ਨੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦੇ, 42 ਰੁਪਏ ਡੀਜ਼ਲ ਦਾ ਪ੍ਰਤੀ ਰੇਟ ਉਹਨਾਂ ਨੇ ਘੱਟ ਕੀਤਾ 1 ਮਹੀਨੇ 'ਚ, 42 ਰੁਪਏ ਪਾਕਿਸਤਾਨ ਨੇ। ਔਰ 15 ਰੁਪਏ ਪੈਟਰੋਲ ਦਾ ਪ੍ਰਤੀ ਲੀਟਰ ਘੱਟ ਕੀਤਾ। ਮਿੱਟੀ ਦੇ ਤੇਲ ਦੀਆਂ ਕੀਮਤਾਂ 'ਚ ਵੀ ਉਹਨਾਂ ਨੇ ਕਟੌਤੀ ਕੀਤੀ ਹੈ। ਕਹਿਣ ਦਾ ਭਾਵ, ਜੇ ਇੱਕ ਦੀਵਾਲੀਆ ਹੋ ਚੁੱਕੀ ਸਰਕਾਰ ਜਿਹਦਾ ਬਹੁਤ ਮਾੜੀ ਆਰਥਿਕਤਾ ਹੈਗੀ ਆ, ਪਾਕਿਸਤਾਨ ਵਰਗਾ ਮੁਲਕ, ਉਹ ਆਪਣੇ ਲੋਕਾਂ ਨੂੰ ਅੰਤਰਰਾਸ਼ਟਰੀ ਮੰਡੀ 'ਚ ਜੋ ਕੀਮਤਾਂ ਡਾਊਨ ਆਈਆਂ ਉਹਦਾ ਫਾਇਦਾ ਦੇ ਸਕਦਾ। ਤੇ ਸਾਡੀ ਮੋਦੀ ਸਰਕਾਰ ਆ ਜਿਹੜੀ, ਸਾਡੀਆਂ ਸਰਕਾਰਾਂ ਨੇ ਜਿਹੜੀਆਂ, ਉਹ ਕਾਰਪੋਰੇਟ ਘਰਾਣਿਆਂ ਨੂੰ, ਪ੍ਰਾਈਵੇਟ ਜਿਹੜੇ ਮੁਨਾਫਾਖੋਰ ਨੇ, ਉਹਨਾਂ ਨੂੰ ਫਾਇਦਾ ਦੇਣ ਵਾਸਤੇ ਸੋਚ ਰਹੀਆਂ। ਮਜ਼ਦੂਰਾਂ ਨੂੰ, ਕਿਸਾਨਾਂ ਨੂੰ, ਮਿਹਨਤਕਸ਼ ਲੋਕਾਂ ਨੂੰ ਫਾਇਦਾ ਦੇਣ ਵਾਸਤੇ ਉਹ ਤਿਆਰ ਨਹੀਂ ਹੈ ਇਸ ਸਿਚੁਏਸ਼ਨ ਵਿੱਚ ਵੀ, ਜਿਹੜੀ ਕਰੋਨਾ ਦੀ ਮਹਾਮਾਰੀ 'ਚ ਅਸੀਂ ਲੜਿਆ ਜਾ ਰਹੇ। ਤੇ ਨਾ ਹੀ ਸਾਡੇ ਕੋਲ ਕਿੱਟਾਂ ਨੇ, ਨਾ PP ਕਿੱਟਾਂ ਨੇ, ਨਾ ਮੈਡੀਸਨ। ਇਹ ਸਾਰੇ ਦਾ ਮੁਕਾਬਲਾ ਸਾਨੂੰ ਕਰਨਾ ਪੈ ਰਿਹਾ। ਮਜ਼ਦੂਰ ਹੈ ਜਿਹੜਾ ਵਿਚਾਰਾ ਬੇਬਸ ਹੈ, ਬਹੁਤਾਂ ਨੂੰ ਰਜਿਸਟ੍ਰੇਸ਼ਨ ਕਰਾਉਣ ਦਾ ਪਤਾ ਨਹੀਂ ਹੈ। ਸਰਕਾਰ ਦੀ ਇਹ ਡਿਊਟੀ ਬਣਦੀ ਹੈ 100% ਸਾਰਾ ਉਹਨਾਂ ਦਾ ਕਿਰਾਇਆ ਸਹਿਣ ਕਰਕੇ ਸਾਰੇ ਮਜ਼ਦੂਰਾਂ ਨੂੰ ਘਰੋਂ ਘਰੀ ਪਹੁੰਚਦਾ ਕਰੇ, ਉਹਨਾਂ 'ਚ ਭਰੋਸਾ ਪੈਦਾ ਕਰੇ, ਤਾਂ ਕਿ ਮੁੜ ਕੇ ਉਹ ਆਪਣੇ ਕੰਮ ਤੇ, ਫੈਕਟਰੀ 'ਚ, ਇੰਡਸਟਰੀ ਜਾਂ ਕਿਸਾਨੀ ਕਿੱਤੇ 'ਚ ਵਾਪਸ ਉਹ ਮੁੜ ਕੇ ਤਦ ਆਉਣਗੇ ਜੇ ਉਹਨਾਂ 'ਚ ਅਸੀਂ ਭਰੋਸਾ ਪੈਦਾ ਕਰਕੇ ਇੱਥੋਂ ਭੇਜਾਂਗੇ। ਤੇ ਨਹੀਂ ਬਹੁਤ ਵੱਡਾ ਨੁਕਸਾਨ ਮਤਲਬ ਆਰਥਿਕਤਾ ਦਾ ਹੋਣ ਜਾ ਰਿਹਾ ਮੁਲਕ। ਇੱਕ ਆਪਾਂ ਕਰਨੇ ਆ ਮੱਧਮ ਵਰਗ ਦੀ ਗੱਲ, ਜਦ ਕਿ ਸਿੱਖੋ ਸਾਹਿਬ ਆਪਾਂ ਕਰਨੇ ਆ ਮੱਧਮ ਵਰਗ ਦੀ ਗੱਲ, ਜਦ ਕਿ ਜਿਹੜਾ ਅਮੀਰ ਹੈਗਾ ਉਹਨੂੰ ਕੋਈ ਚਿੰਤਾ ਨਹੀਂ, ਤੇ ਉਹਦੇ ਦਾ ਟੈਕਸ ਮਾਫ ਹੋ ਜਾਣੇ ਨੇ, ਉਹ ਸੈਂਟਰ ਨੇ ਕਰ ਦੇਣੇ ਨੇ, ਸੂਬਾ ਸਰਕਾਰ ਨੇ ਵੀ ਕਰ ਦੇਣੇ ਨੇ। ਉਹ ਜਿਹੜਾ ਗਰੀਬਾਂ, ਉਹਨਾਂ ਨੂੰ ਕੋਈ ਨਾ ਕੋਈ ਪੈਕੇਜ ਮਿਲ ਜਾਣਾ, ਗਰੀਬਾਂ ਨੂੰ ਮਦਦ ਕੀਤੀ ਜਾ ਰਹੀ ਹੈ ਤੇ ਸਰਕਾਰਾਂ ਵੀ ਕਰ ਰਿਹਾ। ਲੇਕਿਨ ਸਭ ਤੋਂ ਵੱਧ ਜਿਹੜਾ ਮੁੱਦਾ ਹੈ, ਜਿਹੜਾ ਸਭ ਤੋਂ ਵੱਧ ਇਸ ਟਾਈਮ ਪਿਸ ਰਿਹਾ, ਜਿਹਨੂੰ ਸਭ ਤੋਂ ਵੱਧ ਮਾਰ ਪੈਣੀ ਹੈ, ਉਹ ਹੈ ਮੱਧਮ ਵਰਗ, ਵਿਚਾਲਾ ਹਿੱਸਾ, ਜੇ ਵਿਚਾਲੇ ਲੋਕ। ਉਹਨਾਂ ਜਿਹੜੇ ਦੁਕਾਨਦਾਰ ਵੀ ਆਉਂਦੇ ਨੇ ਵਿੱਚ, ਛੋਟੇ ਬਿਜ਼ਨਸਮੈਨ ਆਉਂਦੇ ਨੇ, ਉਹਨਾਂ ਵਾਸਤੇ ਸਿੱਖੋ ਸਾਹਿਬ ਆਪਾਂ ਤੁਹਾਡੇ ਵੱਲੋਂ ਕੀ ਕਹਿਣਾ ਜੀ, ਕੀ ਮੰਗੇ ਜੀ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਮੱਧਮ ਵਰਗ ਚ ਜਿਹੜਾ ਲੋਅਰ ਮੱਧਮ ਵਰਗ ਆ, ਉਹਦਾ ਸਭ ਤੋਂ ਜ਼ਿਆਦਾ ਲਾਸ ਹੋਣਾ। ਲਾਸ ਮਜ਼ਦੂਰ ਦਾ ਵੀ ਹੋਣਾ। ਮਜ਼ਦੂਰ ਦੀ ਭੁੱਖਮਰੀ ਨਾਲ ਮੌਤਾਂ ਹੋਣਗੀਆਂ, ਇਹ ਵੈਸੇ ਕੰਗਾਲ ਹੋ ਜਾਣਗੇ। ਇਸ ਕੰਗਾਲੀ ਤੋਂ ਬਚਾਉਣ ਲਈ ਕੇਂਦਰ ਸਰਕਾਰ ਨੇ ਕੋਈ ਨਾ ਪਲੈਨਿੰਗ ਕੀਤੀ ਹੈ। ਬਿਨਾਂ ਪਲੈਨਿੰਗ ਤੋਂ ਇਹਨਾਂ ਨੂੰ ਨਹੀਂ ਬਚਾਇਆ ਜਾ ਸਕਦਾ। ਤੇ ਅਲਟੀਮੇਟਲੀ ਇਹ ਵੀ ਸੜਕਾਂ ਤੇ ਆ ਜਾਣਗੇ, ਭੁੱਖਮਰੀ ਵਾਲੇ ਪਾਸੇ ਨੂੰ ਵਧਣਗੇ। ਛੋਟੀ ਇੰਡਸਟਰੀ ਆ, ਸਮਾਲ ਸਕੇਲ ਵਾਲੇ ਨੇ, ਉਹ ਬਹੁਤ ਵੱਡੇ ਸੰਕਟ ਦੇ ਵਿੱਚ ਘਿਰ ਜਾਣਗੇ। ਇਸ ਲਈ ਇਹਨਾਂ ਸਾਰਿਆਂ ਨੂੰ ਬਿਜਲੀ ਦੇ ਬਿੱਲਾਂ ਦਾ ਜਾਂ ਜਿਹੜੇ ਬੈਂਕਾਂ ਦੇ ਕਿਸ਼ਤਾਂ ਨੇ, ਵਿਆਜ ਆ, ਉਹਦੇ 'ਚ ਇਹਨਾਂ ਨੂੰ ਲਾਜ਼ਮੀ ਤੌਰ ਦੇ ਉੱਤੇ ਰਾਹਤ ਦੇਣੀ ਚਾਹੀਦੀ ਹੈ। ਜੇ ਰਾਹਤ ਨਾ ਦਿੱਤੀ ਗਈ ਤੇ ਇਹ ਰਾਹਤ ਸਿਰਫ 1% ਲੋਕਾਂ ਨੂੰ ਦੇ ਰਹੇ ਨੇ, ਅਵਾਨੀਆਂ ਅਦਾਨੀਆਂ ਨੂੰ, ਜਿਹੜੇ ਡਾਕੂ ਚੋਰ ਨੇ, ਜਿਹੜੇ ਬੈਂਕਾਂ ਲੁੱਟ ਕੇ ਭੱਜ ਜਾਂਦੇ ਨੇ। ਅਸਲ 'ਚ ਬਾਕੀ ਲੋਕ ਜਿਹੜੇ ਮੁਲਕ ਦੇ ਆ, ਉਹਨਾਂ ਦੇ ਬਾਰੇ ਕੇਂਦਰ ਸਰਕਾਰ ਨੂੰ ਔਰ ਸੂਬਾਈ ਸਰਕਾਰਾਂ ਨੂੰ ਇੱਕ ਨਿਸ਼ਚਾ ਕਰਕੇ ਇੱਕ ਫੈਸਲਾ ਕਰਨਾ ਹੋਏਗਾ ਵੀ ਉਹਨਾਂ ਦੀ ਇਸ ਹਾਲਾਤ ਵਿੱਚ ਅਸੀਂ ਆਰਥਿਕਤਾ ਨੂੰ ਕਿਵੇਂ ਫੇਰ ਪਟੜੀ ਤੇ ਲਿਆਉਣਾ।
ਕਿਉਂਕਿ ਇਸ ਵੇਲੇ ਆਰਥਿਕਤਾ ਜਿਹੜੀ ਪੰਜਾਬ ਦੀ ਆਰਥਿਕਤਾ 25% ਹੈ ਜਿਹੜੀ ਉਹ ਖੇਤੀ ਆਧਾਰਿਤ ਹੈ। ਖੇਤੀ ਆਧਾਰਿਤ ਆਰਥਿਕਤਾ ਨਾਲ ਸਾਰਾ ਸਿਸਟਮ ਨਹੀਂ ਚੱਲ ਸਕਦਾ। ਖੇਤੀ ਆਧਾਰਿਤ ਸਿਸਟਮ ਹੈ ਜਿਹੜਾ 25% ਨਾਲ ਤੁਹਾਡਾ ਜੇ 75% ਉਹ ਚੋਂ ਗੈਰ ਹਾਜ਼ਰ ਹੋ ਗਿਆ, ਤੁਹਾਡਾ GDP ਦੇ ਉੱਤੇ, ਤੁਹਾਡੇ ਰੁਜ਼ਗਾਰ ਦੇ ਉੱਤੇ ਬਹੁਤ ਵੱਡਾ ਮਾਰੂ ਪ੍ਰਭਾਵ ਪੈਣਾ ਉਹਦਾ। 75% ਨੂੰ ਕਿਵੇਂ ਮੇਨਟੇਨ ਕਰਨਾ, ਇਹ ਤਾਂ ਕੇਂਦਰ ਤੇ ਸੂਬਾਈ ਸਰਕਾਰਾਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਵੀ ਇਸ ਹਾਲਾਤ ਦੇ ਵਿੱਚ ਅਸੀਂ ਕਿਵੇਂ ਨਿਪਟਣਾ ਹੈ। ਉਹ ਨਿਪਟਣ ਵਾਸਤੇ ਇਹਨਾਂ ਨੇ ਜਿਹੜਾ ਰਸਤਾ ਅਖਤਿਆਰ ਕਰਨਾ ਚਾਹੀਦਾ ਉਹ ਨਹੀਂ ਕਰ ਰਹੇ, ਨਾ ਇਹ ਮਤਲਬ ਉਹਨਾਂ ਲੋਕਾਂ ਦੀ ਸਾਰ ਲੈ ਰਹੇ ਨੇ। ਤੇ ਜੇ ਗੱਲ ਵੀ ਕਰਨਗੇ ਤਾਂ ਜੇ ਫਾਇਦਾ ਵੀ ਕਿਸੇ ਨੂੰ ਦੇਣਗੇ ਉਹ ਅਲਟੀਮੇਟਲੀ ਅੱਪਰ ਜਿਹੜੀ ਕਲਾਸ ਹੈ, ਟੌਪ ਦੀ ਜਿਹੜੀ ਕਲਾਸ ਆ, 1% ਜਿਹੜੀ ਦੇਸ਼ ਦੀ ਪਾਪੂਲੇਸ਼ਨ ਆ, ਉਹਦੇ ਹਿੱਤਾਂ ਵਾਸਤੇ ਕੇਂਦਰ ਦੀ ਸਰਕਾਰ ਆ ਜਿਹੜੀ ਮੋਦੀ ਦੀ ਸਰਕਾਰ ਉਹ ਫੈਸਲੇ ਕਰਦੀ ਹੈ। ਤੇ 99% ਜਿਹੜੀ ਪਾਪੂਲੇਸ਼ਨ ਆ ਜਾਵੇ ਜਿਹੜੇ ਮਰਜ਼ੀ ਖੂਹ ਖਾਤੇ। ਇਹ ਉਹਦਾ ਜਿਹੜਾ ਨਿਰਣਾ ਹੈ ਇਹ ਰੌਂਗ ਹੈ। ਇਹਦੇ ਨਾਲ ਸਾਡੇ ਬੇਰੁਜ਼ਗਾਰਾਂ ਦੀ ਜਿਹੜੀ ਫੌਜ ਆ ਉਹਦੇ 'ਚ ਹੋਰ ਵਾਧਾ ਹੋ ਗਿਆ। 13 ਕਰੋੜ ਨੌਜਵਾਨ ਇਸ ਲੋਕਡਾਊਨ ਦੇ ਨਾਲ ਜਿਹੜੇ ਕੰਮ ਤੇ ਮਾੜੇ ਮੋਟੇ ਲੱਗੇ ਸੀ ਉਹ ਛੁੱਟੀ ਤੇ ਹੋ ਗਏ। 13 ਕਰੋੜਾਂ ਦੀ ਫੌਜ ਉਹ ਭਰਤੀ ਹੋ ਗਈ ਨਵੀਂ। ਜਿਹੜੇ ਪਹਿਲੇ ਸੀਗੇ ਉਹ ਤਾਂ ਹੈ ਹੀ। ਇਹ ਇੱਕ ਬਹੁਤ ਵੱਡਾ ਮਸਲਾ ਹੈ ਰੁਜ਼ਗਾਰ ਦਾ। ਅਜੇ ਵੀ ਇਹ ਨਹੀਂ ਹੈ ਵੀ ਇਹ ਚਲੇ ਜਾਣਗੇ, ਸਾਰਾ ਚਲੇ ਜਾਣਗੇ, ਸਾਰਾ ਸਿਸਟਮ ਬੰਦ ਹੋ ਜਾਏਗਾ। ਮੁੜ ਕੇ ਇਹਨੂੰ ਪਟੜੀ ਤੇ ਲਿਆਉਣ ਵਾਸਤੇ ਮਜ਼ਦੂਰਾਂ ਦਾ ਭਰੋਸਾ ਕਿਵੇਂ ਬਣਾਉਣਾ, ਇਹਨਾਂ ਨੂੰ ਮਤਲਬ ਇੰਡਸਟਰੀ ਨੂੰ, ਖੇਤੀਬਾੜੀ ਨੂੰ, ਮਜ਼ਦੂਰਾਂ ਨੂੰ, ਜਿਹੜਾ ਮਿਡਲ ਵਰਗ ਆ, ਇਹਨੂੰ ਕਿਵੇਂ ਅਸੀਂ ਐਡਜਸਟ ਕਰਨਾ ਹੈਗਾ। ਇਹ ਸਰਕਾਰ ਦੇ ਇੱਕ ਏਜੰਡੇ ਤੇ ਹੋਣੀ ਚਾਹੀਦੀ ਗੱਲ। ਸਰਕਾਰ ਦੇ ਏਜੰਡੇ ਤੇ ਇੱਕੋ ਕੰਮ ਹੈ ਵੀ ਲੋਕਡਾਊਨ ਕੋਈ ਮਸਲੇ ਦਾ ਹੱਲ ਹੈ ਦੱਸਣ। ਹੁਣ ਲੋਕਡਾਊਨ ਮਜਬੂਰੀ 'ਚ ਖੋਲ ਰਹੇ ਨੇ, ਠੇਕੇ ਖੋਲਤੇ। ਠੇਕੇ ਤੇ ਹੁਣ ਤੁਸੀਂ ਦੇਖ ਲਿਆ ਕਤਾਰਾਂ ਸਾਰੇ ਦੇਸ਼ ਦੇ ਵਿੱਚ, ਕਰੋੜਾਂ ਰੁਪਈਆਂ ਦੀ ਇੱਕ ਦਿਨ 'ਚ ਸ਼ਰਾਬ ਵਿਕੀ। ਠੀਕ ਹੈ ਨਹੀਂ, ਮਤਲਬ ਕਤਾਰ ਲੱਗੀ ਹੁੰਦੀ ਆ ਵੱਡੀ। ਕਹਿਣ ਦਾ ਭਾਵ ਇਹ ਆ ਵੀ ਅੱਜ ਜਿਹੜੀ ਲੋਕਾਂ ਨੂੰ ਗੱਡੀ ਲੀਹ ਤੇ ਚਾੜਨ ਲਈ ਲੋਕਾਂ ਨੂੰ ਕੰਮ ਕਰਨ ਦੀ ਇਜਾਜ਼ਤ, WTO ਨੇ ਤਾਂ ਜਿਹੜੀ WHO ਅੱਜ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਉਹਨਾਂ ਦੇ ਜਿਹੜਾ ਸੀਨੀਅਰ ਮੋਸਟ ਡਾਕਟਰ ਆ ਉਹਨੇ ਅੱਜ ਕਹਿ ਦਿੱਤਾ ਵੀ ਕਰੋਨਾ ਵਾਇਰਸ ਦੀ ਅਜੇ ਵੈਕਸੀਨ ਤਿਆਰ ਹੋਣ ਦੀ ਕੋਈ ਸੰਭਾਵਨਾ ਹੀ ਨਹੀਂ ਹੈ। ਉਹਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ ਨਾ ਤਾਂ ਡੇਂਗੂ ਦੀ ਵੈਕਸੀਨ ਕੋਈ ਤਿਆਰ ਹੋਈ ਪ੍ਰੋਪਰ, ਨਾ HIV ਏਡਜ਼ ਦੀ ਅਜੇ ਤੱਕ ਹੋਈ ਆ, ਤੇ ਇਹ ਵੀ ਹੋਣ ਦੀ ਸੰਭਾਵਨਾ ਨਹੀਂ ਹੈ। ਕਰੋਨਾ ਦੀ ਕੋਈ ਦਵਾਈ ਡਿਵੈਲਪ ਨਹੀਂ ਹੋ ਸਕਦੀ, ਇਹ ਪੋਸੀਬਲ ਨਹੀਂ ਹੈਗਾ। ਤੇ ਇਹਦੇ ਨਾਲ ਇਹ ਕਰੋਨਾ ਵਰਗੀ ਜਿਹੜੀ ਬਿਮਾਰੀ ਆ ਡਰਾ ਜ਼ਿਆਦਾ ਦਿੱਤਾ ਲੋਕਾਂ ਨੂੰ, ਡਰਨਾ ਭੈ ਨਾਲ ਹੀ ਲੋਕਾਂ ਦਾ ਤਾਂ ਕਲਿਆਣ ਕਰ ਦਿੱਤਾ। ਇਹ 'ਚ ਸਿਰਫ 2 ਤੋਂ ਲੈ ਕੇ 3.5% ਡੈਥ ਰੇਟ ਆ ਸਾਰਾ ਹੀ। ਤੇ ਫਿਰ ਲੋਕਾਂ ਨੂੰ ਕਾਹਨੂੰ ਫਾਹੇ ਟੰਗਿਆ ਇਹਨਾਂ ਨੇ? ਬਾਕੀ ਤਾਂ ਕਿਉਰ ਹੀ ਹੋਣੇ ਆ ਨਾ। ਮਲੇਰੀਆ ਦੇ ਵਿੱਚ ਅੱਜ ਵੀ 30 ਤੋਂ 33% ਦਾ ਡੈਥ ਰੇਟ ਆ। ਸਾਰਸ ਦੇ ਵਿੱਚ 10% ਡੈਥ ਰੇਟ ਆ। ਤੇ ਫਿਰ ਇਹ ਕਰੋਨਾ ਲਈ ਕਾਹਦੇ ਲਈ ਫਾਹੇ ਟੰਗਿਆ ਜੀ? ਡੈਥ ਰੇਟ ਹੀ ਸਾਰਾ 3.5% ਤੋਂ ਵੱਧ ਨਹੀਂ, ਹਾਈਐਸਟ ਰੇਟ ਇਹ ਆ। ਇਹ ਤਾਂ ਲੋਕਾਂ ਨੂੰ ਸਿਰਫ ਅਸਲ 'ਚ ਆਰਥਿਕ ਤੌਰ ਤੇ ਜਿਹੜੇ ਰਾਜਨੀਤਿਕ ਸਵਾਲ ਨੇ ਉਹ ਹੁਣ ਚਰਚਾਵਾਂ ਹੋ ਵੀ ਰਹੀਆਂ ਨੇ। ਅਸਲ 'ਚ ਲੋਕਾਂ ਦੇ ਜਮਹੂਰੀ ਹੱਕ ਹਕੂਕ ਨੂੰ ਕੁਚਲਣ ਵਾਸਤੇ ਉਹਨਾਂ ਨੇ ਸਗੋਂ ਕਰੋਨਾ ਦਾ ਬਹਾਨਾ ਲੈ ਕੇ ਇੱਕ ਲੋਕਾਂ ਨੂੰ ਬੰਦ ਕਰ ਦਿੱਤਾ। ਬਸ ਹੋਰ ਕੋਈ ਕੰਮ ਨਹੀਂ। ਲੋਕਾਂ ਦੀ ਜ਼ੁਬਾਨ ਬੰਦ ਕਰਨ ਵਾਸਤੇ ਇਹ ਇੱਕ ਕਾਰਨਾਮਾ ਕੀਤਾ ਜਾ ਰਿਹਾ। ਆਉਣ ਵਾਲੇ ਸਮੇਂ 'ਚ ਇਹਦੇ ਰਿਜ਼ਲਟ ਸਾਹਮਣੇ ਆ ਜਾਣਗੇ ਸਾਰੇ। ਅੱਜ CPIM ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋ ਜੀ ਨੇ ਕਰੋਨਾ ਵਾਇਰਸ ਬਿਮਾਰੀ ਦੇ ਨਾਲ ਲੱਗੇ ਲੋਕਡਾਊਨ ਕਰਫਿਊ ਦੇ ਦੌਰਾਨ ਜਿਹੜੇ ਸਮੱਸਿਆ ਲੋਕਾਂ ਨੂੰ ਆ ਰਿਹਾ, ਮਜ਼ਦੂਰ ਵਰਗ ਨੂੰ ਆ ਰਹੀਆਂ ਜਾਂ ਕਿ ਇੰਡਸਟਰੀ ਨੂੰ ਆ ਰਹੀਆਂ, ਛੋਟੇ ਮੱਧਮ ਵਰਗ ਨੂੰ ਆ ਰਹੀਆਂ, ਉਹਨਾਂ ਬਾਰੇ ਖੁੱਲ੍ਹ ਕੇ ਵਿਚਾਰ ਦੱਸੇ ਔਰ ਸਰਕਾਰਾਂ ਨੂੰ ਵੀ ਸੁਚੇਤ ਕੀਤਾ। ਸੈਂਟਰ ਸਰਕਾਰ ਨੂੰ, ਸੂਬਾ ਸਰਕਾਰ ਨੂੰ ਸੁਚੇਤ ਕਰਦਿਆਂ ਖੋਲ੍ਹ ਕੇ ਦੱਸਿਆ। ਸੋ ਮੈਂ ਤੇਂਦਰ ਸਿੰਘ ਆਰਟ ਦੇ ਨਾਲ ਓਮਕਾਰ ਸਿੰਘ ਸੱਤੂ, ਬਿਊਰੋ ਰਿਪੋਰਟ, ਪੰਜਾਬ ਲਾਈਵ 18 ਨਿਊਜ਼।